ਇੱਥੇ ਇੱਕ ਨਾ ਫਕੀਰ ਹੋਏ ਆ ਤਬਰੇਜ਼, ਉਹਨਾਂ ਦੇ ਜੀਵਨ ਦੀ ਗੱਲ ਯਾਦ ਆ ਗਈ ਸਾਨੂੰ ਕਿ ਇੱਕ ਨੌਜਵਾਨ ਆਇਆ, ਕਹਿੰਦਾ ਹੈ ਤਬਰੇਜ਼ ਫਕੀਰ, ਤੁਹਾਡੇ ਅੰਦਰ ਇੰਨੀ ਤਾਕਤ ਹੈ, ਤੁਸੀਂ ਜੋ ਜ਼ੁਬਾਨ ਤੋਂ ਬੋਲ ਦਿੰਦੇ ਹੋ, ਕਹਿ ਦਿੰਦੇ ਹੋ ਹੋ ਜਾਂਦਾ ਹੈ, ਤਾਂ ਮੈਨੂੰ ਵੀ ਇਹ ਤਾਕਤ ਦੇ ਦਿਓ, ਮੈਨੂੰ ਵੀ ਉਹ ਕਲਮਾ ਦੇ ਦਿਓ, ਕੋਈ ਸ਼ਬਦ ਦੇ ਦਿਓ ਕਿ ਮੇਰੇ ਅੰਦਰ ਵੀ ਇਹ ਤਾਕਤ ਆ ਜਾਵੇ। ਜਦੋਂ ਮਗਰ ਪੈ ਗਿਆ ਤਾਂ ਉਸ ਵੇਲੇ ਕਿ ਮੈਨੂੰ ਤਾਕਤ ਚਾਹੀਦੀ ਹੈ, ਮੈਨੂੰ ਕਲਮਾ ਦੱਸੋ, ਸ਼ਬਦ ਦੱਸੋ, ਤਾਂ ਤਬਰੇਜ਼ ਨੇ ਕਿਹਾ ਉਹ ਇਦਾਂ ਕਰ, ਤੈਨੂੰ ਇਹ ਕਲਮਾ ਦੇਵਾਂਗੇ, ਪਰ ਪਹਿਲਾਂ ਨਾ ਅੱਜ ਤੂੰ ਸਾਰਾ ਦਿਨ ਇਹ ਪੇੜ ਥੱਲੇ ਬੈਠਣਾ ਹੈ, ਸ਼ਾਮ ਜਦੋਂ ਸੂਰਜ ਡੁੱਬੇਗਾ ਫਿਰ ਸਾਡੇ ਕੋਲ ਆ ਜਾਏ। ਕਹਿੰਦੇ ਉਹਨੂੰ ਹੁਕਮ ਕਰਕੇ ਨਾ ਚਲੇ ਗਏ, ਉਹ ਪੇੜ ਥੱਲੇ ਬਹਿ ਗਿਆ ਸਾਰਾ ਦਿਨ। ਹੁਣ ਜਦੋਂ ਪੇੜ ਥੱਲੇ ਬੈਠਾ ਸੀ, ਸ਼ਾਮ ਹੋਣ ਵਾਲੀ ਸੀ, ਤਾਂ ਕੀ ਦੇਖਿਆ, ਇੱਕ ਬਜ਼ੁਰਗ ਆ ਰਿਹਾ ਹੈ, ਔਰ ਉਹ ਬਜ਼ੁਰਗ ਦੇ ਨਾ ਸਿਰ ਦੇ ਉੱਪਰ ਲੱਕੜਾਂ ਦਾ ਗੱਠਰ ਹੈ, ਔਰ ਉਧਰੋਂ ਇੱਕ ਸੈਨਿਕ ਆ ਰਿਹਾ ਹੈ ਘੋੜੇ ਤੇ ਸਵਾਰ। ਜਦੋਂ ਉਹਨੇ ਦੇਖਿਆ ਬਜ਼ੁਰਗ ਨੂੰ ਤਾਂ ਘੋੜਾ ਰੋਕ ਕੇ ਬਜ਼ੁਰਗ ਨੂੰ ਜ਼ੋਰ ਨਾਲ ਲੱਤ ਮਾਰੀ, ਬਜ਼ੁਰਗ ਵਿਚਾਰਾ ਗਿਰਿਆ, ਲੱਕੜਾਂ ਵੀ ਬਿਖਰ ਗਈਆਂ। ਤਾਂ ਉਹ ਸੈਨਿਕ ਨੇ ਕਿਹਾ ਜਲਦੀ ਜਲਦੀ ਇਹ ਲੱਕੜਾਂ ਇਕੱਠੀਆਂ ਕਰਕੇ ਮੇਰੇ ਘੋੜੇ ਤੇ ਰੱਖ ਦੇ, ਇਹ ਲੱਕੜਾਂ ਮੈਂ ਆਪਣੇ ਘਰ ਲੈ ਜਾਣੀਆਂ ਹੈ, ਕਿਉਂਕਿ ਆਪਣੀ ਸੈਨਾ ਦੀ ਪਦਵੀ ਦਾ ਰੋਹ ਪਾਇਆ ਉਹਨੇ। ਇਹ ਨੌਜਵਾਨ ਦੇਖ ਰਿਹਾ ਸੀ, ਬੜਾ ਗੁੱਸਾ ਚੜਿਆ ਇਹਨੂੰ, ਬੜਾ ਕ੍ਰੋਧ ਆਇਆ, ਗੁੱਸਾ ਆਇਆ ਕਿ ਭਾਈ ਇਹ ਬਜ਼ੁਰਗ ਨੂੰ ਕਿੱਦਾਂ ਸੈਨਿਕ ਨੇ ਲੱਤ ਮਾਰੀ, ਉਹਦੀ ਲੱਕੜਾਂ ਵੀ ਖੋਹ ਕੇ ਲੈ ਗਿਆ। ਕਾਸ਼ ਮੇਰੇ ਕੋਲ ਤਾਕਤ ਹੁੰਦੀ ਨਾ ਜਿਹੜੀ ਤਬਰੇਜ਼ ਦੇ ਕੋਲ, ਕਿ ਜੋ ਕਹਿ ਦਿੰਦੇ ਪੂਰਾ ਹੋ ਜਾਂਦਾ, ਕਾਸ਼ ਮੇਰੇ ਕੋਲ ਤਾਕਤ ਹੁੰਦੀ ਤਾਂ ਹੁਣੇ ਹੀ ਕਹਿਣਾ ਸੀ ਇਹਦੀ ਚਮੜੀ ਉਤਰ ਜਾਵੇ, ਹੁਣੇ ਮਰ ਕੇ ਗਿਰ ਜਾਵੇ ਇੱਥੇ, ਇਹਨੂੰ ਤਾਂ ਹੁਣੇ ਹੀ ਅਕਲ ਦੇ ਦੇਣੀ ਸੀ। ਬੜਾ ਗੁੱਸਾ ਆਇਆ, ਪਰ ਸੈਨਿਕ ਮੋਰੇ ਕਰ ਕੁਛ ਨਹੀਂ ਸਕਦਾ ਸੀ, ਕਿਉਂਕਿ ਰਾਜੇ ਦਾ ਸੈਨਿਕ ਸੀ। ਇਹਨਾਂ ਪੰਗਾ ਲੈ ਲਿਆ ਤੇ ਨਾ ਮੈਨੂੰ ਵੀ ਕਿਤੇ ਅੰਦਰ ਹੀ ਲੈ ਜਾਵੇ ਜੇਲ੍ਹ 'ਚ, ਡਰਦਾ ਬੋਲਿਆ ਕੁਛ ਨਹੀਂ। ਪਰ ਸ਼ਾਮ ਨੂੰ ਜਦੋਂ ਸੂਰਜ ਡੁੱਬਿਆ, ਤਬਰੇਜ਼ ਦੇ ਕੋਲ ਗਿਆ, ਬੜਾ ਗੁੱਸਾ ਸੀ ਉਹ ਸੈਨਿਕ ਤੇ, ਕਹਿੰਦਾ ਮਹਾਰਾਜ ਤੁਸੀਂ ਕਾਸ਼ ਮੈਨੂੰ ਕਿਤੇ ਉਹ ਤਾਕਤ ਦਿੱਤੀ ਹੁੰਦੀ ਨਾ, ਤਾਂ ਅੱਜ ਮੈਂ ਉਹ ਸੈਨਿਕ ਨੂੰ ਅਕਲ ਦੇ ਦੇਣੀ ਸੀ। ਕਹਿੰਦੇ ਹੋਇਆ ਕੀ, ਸਾਰੀ ਗੱਲ ਦੱਸੀ। ਆ ਹੋਇਆ, ਕਹਿੰਦੇ ਬੇਟਾ ਇਸ ਲਈ ਤੈਨੂੰ ਹੁਕਮ ਕੀਤਾ ਸੀ ਉੱਥੇ ਬੈਠ, ਕਿਉਂਕਿ ਹਾਲੇ ਤੂੰ ਤਾਕਤ ਲੈਣ ਦੇ ਲਾਇਕ ਨਹੀਂ ਹੋਇਆ। ਇਹ ਤਾਕਤ ਪਤਾ ਕਿਹਨੂੰ ਨੂੰ ਮਿਲਦੀ ਹੈ? ਤੈਨੂੰ ਪਤਾ ਬਜ਼ੁਰਗ ਕੌਣ ਸੀ ਜਿਹਨੂੰ ਲੱਤ ਮਾਰੀ ਸੈਨਿਕ ਨੇ, ਔਰ ਉਹਨਾਂ ਫਿਰ ਵੀ ਲੱਤ ਖਾ ਕੇ ਚੁੱਪਚਾਪ ਲੱਕੜਾਂ ਦਾ ਗੱਠਰ ਦੇ ਦਿੱਤਾ? ਤੈਨੂੰ ਪਤਾ ਉਹ ਕੌਣ ਸੀ? ਉਹ ਮੇਰਾ ਗੁਰੂ ਭਾਈ ਸੀ। ਜਿਹੜੀ ਤਾਕਤ ਮੇਰੇ ਕੋਲ ਆ ਉਹੀ ਤਾਕਤ ਉਹਦੇ ਕੋਲ ਵੀ ਹੈ। ਉਹ ਚਾਹੁੰਦਾ ਤਾਂ ਇੱਕ ਜ਼ੁਬਾਨ ਬੋਲਦਾ ਤਾਂ ਸੈਨਿਕ ਕੀ ਉਹਦਾ ਪੂਰਾ ਪਰਿਵਾਰ ਖਤਮ ਹੋ ਸਕਦਾ ਸੀ, ਪਰ ਉਹਦੇ ਅੰਦਰ ਇੰਨਾ ਸਬਰ ਸੀ ਕਿ ਲੱਤ ਸਹਿ ਲਈ, ਪਰ ਜ਼ੁਬਾਨ ਤੋਂ ਉਫ ਤੱਕ ਨਹੀਂ ਕੀਤੀ। ਹੁਣ ਜੀਸਸ ਕ੍ਰਾਈਸਟ ਦੇ ਹੱਥਾਂ 'ਚ ਕਿਲ ਠੋਕੇ ਗਏ, ਕੀ ਕਿਹਾ ਉਹਨਾਂ ਨੇ? ਕੋਈ ਬਦਦੁਆ ਦਿੱਤੀ? ਜਰਾ ਗੌਰ ਕਰੋ, ਉੱਥੇ ਵੀ ਕੀ ਕਿਹਾ ਕਿ ਮੇਰੇ ਪ੍ਰਭੂ ਇਹਨਾਂ ਨੂੰ ਮਾਫ ਕਰ ਦੇ, ਇਹਨਾਂ ਨੂੰ ਨਹੀਂ ਪਤਾ ਕੀ ਕਰ ਰਹੇ ਆ। ਇਹਨੂੰ ਕਹਿੰਦੇ ਕਿ ਇੰਨੇ ਆਪਣੇ ਆਪ ਨੂੰ ਸਬਰ ਦੇ ਨਾਲ ਅੰਦਰ ਇੰਨਾ ਸੰਤੁਸ਼ਟੀ ਆ ਚੁੱਕੀ ਹੈ, ਅੰਦਰ ਇੰਨਾ ਸਬਰ ਆ ਚੁੱਕਾ ਹੈ ਕਿ ਪਾਪੀਆਂ ਨੂੰ ਵੀ ਮਾਫ ਕਰਨ ਦੀ ਸ਼ਕਤੀ ਹੈ, ਫਿਰ ਰੱਬ ਮਿਲਦਾ ਹੈ। ਇੱਥੇ ਬੰਦੇ ਵਾਲ ਕੋਈ ਮਾੜਿਆ ਦੇਖ ਵੀ ਲਵੇ ਨਾ, ਕਿੱਦਾਂ ਦੇਖਦਾ, ਕਾਸ਼ ਮੇਰੇ ਕੋਲ ਤਾਕਤ ਹੁੰਦੀ, ਅਕਲ ਦੇ ਦਿੰਦਾ ਤੈਨੂੰ ਮੈਂ। ਬੰਦਾ ਤਾਂ ਮਾੜੀ ਮਾੜੀ ਗੱਲ ਤੇ ਬਰਦਾਸ਼ਤ ਨਹੀਂ ਕਰ ਪਾਉਂਦਾ, ਤਾਂ ਜੇ ਸੋਚੋ ਬੰਦੇ ਅੰਦਰ ਉਹ ਤਾਕਤ ਆ ਜਾਵੇ ਤਾਂ ਬੰਦਾ ਤਾਂ ਪੂਰੀ ਦੁਨੀਆ ਨੂੰ ਖਤਮ ਕਰਦਾ ਫਿਰੇ। ਫਿਰ ਇਹਨੂੰ ਵੀ ਮਾਰ ਦੇਵਾਂ, ਉਹਨੂੰ ਵੀ ਮਾਰ ਦੇਵਾਂ, ਛੱਡਾ ਹੀ ਕੋਈ ਨਾ, ਮੇਰਾ ਹੀ ਰਾਜ ਹੋਵੇ ਚਾਰੋਂ ਪਾਸੇ। ਨਹੀਂ, ਰੱਬ ਉਦੋਂ ਮਿਲਦਾ ਜਿੱਦਾਂ ਬਿਲਾਲ ਨੇ ਕਿਹਾ ਨਾ, ਭਾਂਡੇ ਜਦ ਉਦੋਂ ਭਰਿਆ ਜਾਂਦਾ, ਪਹਿਲਾਂ ਉਹਨੂੰ ਪਕਾਇਆ ਜਾਂਦਾ ਹੈ, ਠੋਕ ਕੇ ਦੇਖਿਆ ਜਾਂਦਾ ਕਿ ਲਾਇਕ ਹੈ ਵੀ। ਇਦਾਂ ਹੀ ਜੀਵਨ 'ਚ ਮੁਸ਼ਕਿਲ ਆਵੇ ਤਾਂ ਫਿਰ ਕਹਾਂਗੇ। ਇਹਨੂੰ ਇਦਾਂ ਵੀ ਸਮਝ ਲਓ ਕਿ ਜਿੱਦਾਂ ਮਹਾਤਮਾ ਬੁੱਧ ਨੇ ਕਿਹਾ ਹੈ ਕਿ ਜੋ ਬੀਜ, ਜਿਹੜੇ ਬੀਜ ਹੁੰਦੇ ਆ ਨਾ, जो बीज अपनी खाल को, अपने छिलके को ना तोड़े, जरा गौर करना, वो कभी फलदार वृक्ष नहीं बन सकता। और जो इंसान अपनी बुरी आदतों को ना छोड़े वो जीवन में कभी सफल नहीं हो सकता। ये महात्मा बुद्ध का एक ना बड़ा प्यारा कोट है, उन्होंने वचन है कि जितना बीज ਨੂੰ वृक्ष ਬਣਨ ਵਾਸਤੇ ਆਪਣੀ ਖਾਲ ਨੂੰ, ਆਪਣੀ ਛਾਲ ਨੂੰ ਤੋੜਨਾ ਹੀ ਪੈਂਦਾ ਹੈ, ਆਪਣੇ ਖੋਲ ਨੂੰ ਤੋੜ ਕੇ ਹੀ ਬੀਜ ਅੰਦਰੋਂ ਵ੍ਰਿਕਸ਼ ਨਿਕਲਦਾ ਹੈ। ਇੱਦਾਂ ਜੀ ਐਸੀ ਉਚਾਈਆਂ ਤੱਕ ਪਹੁੰਚਣਾ ਚਾਹੁੰਦੇ ਤਾਂ ਸਾਨੂੰ ਵੀ ਆਪਣੀਆਂ ਬੁਰੀਆਂ ਆਦਤਾਂ ਨੂੰ, ਆਪਣੀਆਂ ਬੁਰੀਆਂ ਸੋਚਾਂ ਨੂੰ ਤੋੜਨਾ ਹੀ ਪੈਣਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਹੁਣ ਸਮਾਂ ਕਾਫੀ ਹੋ ਗਿਆ, ਇਸ ਲਈ ਸਤਸੰਗ ਨੂੰ ਥੋੜਾ ਸਮਾਪਤੀ ਤਰਫ ਲੈ ਕੇ ਚਲੀਏ। ਔਰ ਅਸੀਂ ਇਹ ਕਹਿਣਾ ਚਾਹਾਂਗੇ ਕਿ ਜੇ ਤੁਸੀਂ ਵੀ ਜੀਵਨ 'ਚ ਖੁਸ਼ੀਆਂ, ਕਾਮਯਾਬੀ, ਸਫਲਤਾ ਚਾਹੁੰਦੇ ਹੋ ਤਾਂ ਫਿਰ ਸਭ ਤੋਂ ਪਹਿਲਾਂ ਤਾਂ ਜਿੱਦਾਂ ਕਿਹਾ ਕਿ ਆਪਣੀ ਸੋਚ ਨੂੰ ਸਕਾਰਾਤਮਕ ਕਰੋ। ਅੱਜ ਤੋਂ ਕਹੋ ਕਿ ਮੈਂ ਬੁਰਾ ਨਹੀਂ ਸੋਚਣਾ। ਸਮਝਦੇ ਹੋ ਕਿ ਨਹੀਂ? ਕਿਉਂਕਿ ਬੁਰਾ ਸੋਚਣਾ, ਜਰਾ ਹੁਣ ਸੋਚੋ ਇਹ ਕੀ ਬੁਰਾ ਸੋਚਦੇ ਆ, ਆਪਣੇ ਕੰਮ ਨੂੰ ਲੈ ਕੇ, ਆਪਣੀ ਸਿਹਤ ਨੂੰ ਲੈ ਕੇ, ਆਪਣੇ ਪਰਿਵਾਰ ਨੂੰ ਲੈ ਕੇ, ਆਪਣੇ ਹਾਲਾਤਾਂ ਨੂੰ ਲੈ ਕੇ, ਹਾਏ ਕਿਤੇ ਮਾੜਾ ਨਾ ਹੋ ਜਾਵੇ, ਕੱਲ ਦਾ ਦਿਨ ਪਤਾ ਨਹੀਂ ਕਿੱਦਾਂ ਆਉਣਾ ਹੈ, ਪਰਸੋਂ ਦਿਨ ਪਤਾ ਨਹੀਂ ਕਿੱਦਾਂ ਆਉਣਾ, ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ, ਕੰਮ ਕਿਤੇ ਬੰਦ ਨਾ ਹੋ ਜਾਵੇ, ਕਿਤੇ ਸਿਹਤ ਇੱਦਾਂ ਨਾ ਹੋ ਜਾਵੇ। ਇਹ ਨੈਗੇਟਿਵ ਸੋਚ ਹੈ, ਇਹਨੂੰ ਬੰਦ ਕਰਨਾ ਹੈ ਅਸੀਂ। ਬਲਕਿ ਅਸੀਂ ਇਹ ਸੋਚਣਾ ਹੈ ਕਿ
ਮੈਨੂੰ ਵਿਸ਼ਵਾਸ ਹੈ ਆਪਣੇ ਮਾਲਿਕ ਤੇ ਕਿ ਸਮਾਂ ਆ ਗਿਆ ਹੈ, ਉਹ ਪਲ ਆ ਗਏ ਹੈ, ਉਹ ਦਿਨ ਉਹ ਘੜੀਆਂ ਆ ਗਈਆਂ ਕਿ ਹੁਣ ਜੋ ਹੋਏਗਾ ਅੱਛਾ ਹੀ ਹੋਏਗਾ। ਉਹ ਟਾਈਮ ਆ ਗਿਆ ਮੇਰੇ ਤੇ। ਆਪਣੇ ਆਪ ਨੂੰ ਇਹ ਵਿਸ਼ਵਾਸ ਦਿਲਾਓ ਕਿ ਜੋ ਬੁਰਾ ਹੋਣਾ ਸੀ ਹੋ ਗਿਆ, ਜੋ ਮਾੜਾ ਟਾਈਮ ਦੇਖਣਾ ਸੀ ਦੇਖ ਲਿਆ, ਜਿਹੜੀਆਂ ਨਾਕਾਮਯਾਬੀਆਂ ਦਾ ਸਾਹਮਣਾ ਕਰਨਾ ਸੀ ਕਰ ਲਿਆ। ਹੁਣ ਵਕਤ ਆ ਗਿਆ ਹੈ, ਮੇਰੇ ਹਾਲਾਤ ਬਦਲਣਗੇ, ਮੇਰੀ ਜ਼ਿੰਦਗੀ ਬਦਲੇਗੀ, ਮੇਰਾ ਸਮਾਂ ਬਦਲੇਗਾ, ਕਿਉਂਕਿ ਮੇਰਾ ਮਾਲਿਕ ਮੇਰੇ। ਹੁਣ ਯਕੀਨ ਹੈ ਕਿ ਨਹੀਂ ਇਹ ਚੀਜ਼ ਦਾ? ਆਪਣੇ ਅੰਦਰ ਇੱਕ ਵਿਸ਼ਵਾਸ ਰੱਖੋ ਕਿ ਟਾਈਮ ਆ ਗਿਆ ਹੁਣ, ਕਿਉਂਕਿ ਜਿਹਨੇ ਇਹ ਸੋਚ ਲਿਆ ਨਾ ਤੇ ਸਮਝ ਲਓ ਟਾਈਮ ਆ ਗਿਆ, ਕਿਉਂਕਿ ਸੋਚ ਨਾਲ ਹੀ ਵਕਤ ਬਦਲ ਜਾਂਦਾ ਹੈ। ਤਾਂ ਹੀ ਤਾਂ ਕਹਿੰਦੇ ਆ ਨਾ कि नजरे बदल गई तो नजारे बदल गए, कश्ती ने बदला रुख तो किनारे। कश्ती का मूंह ऐनू सी तो मंजिल कोई होर सी, तो कश्ती ने ऐनू मूंह कर लिया, मंजिल कोई। हुण सामने इत्थे मेन रोड है, जे मूंह गड्डी का ऐनू हो गया तो मंजिल पठानकोट जम्मू हो गया, तो जे मूंह ऐनू हो गया तो अमृतसर चले जाओ, दिल्ली चल जाओ, जिधर मर्जी आगरे निकल जाओ। गड्डी का मूंह कैनू है उदां दी मंजिल निर्धारित हो जाती है। हुण तुहाडा मूंह कैनू है? ਤੁਹਾਡਾ ਮੂੰਹ ਨਿਰਾਸ਼ਾ ਵੱਲ ਹੈ, ਤੁਹਾਡਾ ਮੂੰਹ ਹਾਰ ਵੱਲ ਹੈ ਕਿ ਮੇਰੀ ਹਾਰ ਹੋਣੀ, ਮੈਨੂੰ ਕਦੀ ਜਿੱਤ ਨਹੀਂ ਮਿਲੀ, ਮੇਰੇ ਤਾਂ ਜੀਵਨ 'ਚ ਬਿਮਾਰੀਆਂ ਹੀ ਬਿਮਾਰੀਆਂ। ਇਹਦਾ ਮਤਲਬ ਤੁਹਾਡਾ ਮੂੰਹ ਦੁੱਖਾਂ ਦੀ ਤਰਫ ਹੈ, ਤੇ ਜੇ ਮੂੰਹ ਹੀ ਦੁੱਖਾਂ ਦੀ ਤਰਫ ਹੈ ਤਾਂ ਦੁੱਖ ਹੀ ਆਣੇ ਆ ਜੀਵਨ 'ਚ, ਕਿਉਂਕਿ ਜਿੱਧਰ ਮੂੰਹ ਹੈ ਮੰਜ਼ਿਲ ਤਾਂ ਉਹੀ ਮਿਲਣੀ ਹੈ। ਤਾਂ ਜੇ ਮੂੰਹ ਆਪਣੇ ਮਾਲਿਕ ਵੱਲ ਕਰ ਲਿਆ, ਉਹਦੀਆਂ ਰਹਿਮਤਾਂ ਵੱਲ ਕਰ ਲਿਆ, ਅੱਗੇ ਰਹਿਮਤਾਂ ਹੀ ਰਹਿਮਤਾਂ ਹੈ, ਅੱਗੇ ਖੁਸ਼ੀਆਂ ਹੀ ਖੁਸ਼ੀਆਂ ਹੈ, ਸਾਡਾ ਮੁੱਖ ਸਾਡੇ ਮਾਲਿਕ ਦੀ ਰਹਿਮਤ ਵੱਲ ਹੋ ਗਿਆ, ਤਾਂ ਫਿਰ ਕੀ ਮਿਲੇਗਾ? ਰਹਿਮਤਾਂ ਹੀ ਰਹਿਮਤਾਂ ਮਿਲਣਗੀਆਂ, ਕਾਮਯਾਬੀ ਮਿਲੇਗੀ। इसलिए विश्वास करो कि हुण समा आ गया है, कह दो कि हुण समा मेरे जीवन च खुशियां, मेरे जीवन च खुशियां, मेरे जीवन च सफलता, मेरे कामकाज च बरकतां वाकई आ गई, क्योंकि यकीन होना चाहिए है। इसलिए इत्थे फिर कहांगे कि दिल की आंखों से काम लेता हूं, उनके दामन को थाम लो ना दामन नूं। और दामन नूं थामण दा मतलब ये नहीं कि इदां आके पैर फड़ लईए, अंदरों पकड़ लो, बचना नूं पकड़ लो, विश्वास रखो। जिद्दां दसीदा है कि जब मेरा मालिक मेरे साथ है तो डरने की कादा डर, कादी चिंता। जिहड़ा ये विश्वास अपने अंदर रखदा, समझ लो इन्हां अपने मालिक दा दामन मजबूती नाल पकड़ लो। और एक गल तुहानूं कहांगे कि जे तुसीं मजबूती नाल दामन फड़िया है ना, तो फिर की होएगा? पता की होएगा? कि ਜਿਹੜਾ ਉਹਦਾ ਦਾਮਨ ਮਜ਼ਬੂਤੀ ਨਾਲ ਪਕੜ ਲੈਂਦਾ ਹੈ, ਤਾਂ ਜਿਹੜਾ 12 ਸਾਲੇ ਡੁੱਬੇ ਬੇੜੇ ਤਾਰ ਸਕਦਾ, ਫਿਰ ਤੁਹਾਨੂੰ ਕਦੀ ਡੁੱਬਣ ਨਹੀਂ ਦੇਗਾ। ਸਮਝਦੇ ਹੋ ਕਿ ਨਹੀਂ? ਕਿਉਂਕਿ ਜਿਹੜਾ ਮੁਸ਼ਕਿਲਾਂ ਚੋਂ ਕੱਢਦਾ ਹੈ ਉਹ ਫਿਰ ਆਪਣੇ ਪਿਆਰਿਆਂ ਨੂੰ ਕਦੀ ਮੁਸ਼ਕਿਲ 'ਚ ਫਸਣੇ ਨਹੀਂ ਦੇਗਾ। ਇਹ ਵਿਸ਼ਵਾਸ ਹੋਣਾ ਚਾਹੀਦਾ ਹੈ, ਇਹ ਯਕੀਨ ਹੋਣਾ ਚਾਹੀਦਾ ਸਾਨੂੰ ਆਪਣੇ ਮਾਲਿਕ ਤੇ। ਇਸ ਲਈ ਅੱਜ ਤੋਂ ਡਰ ਛੱਡੋ, ਚਿੰਤਾ ਛੱਡੋ, ਔਰ ਫਿਰ ਕਹਾਂਗੇ ਕਿ ਜਿਨ੍ਹਾਂ ਦਿਲਾਂ 'ਚ ਮੁਰਸ਼ਦ ਦੀ ਜਾਂ ਖੁਦਾ ਦੀ ਮੁਹੱਬਤ ਹੁੰਦੀ ਹੈ, ਉਹਨਾਂ ਦਿਲਾਂ 'ਚ ਡਰ ਜਾਂ ਚਿੰਤਾ ਨਹੀਂ ਰਹਿੰਦੀ। ਹੁਣ ਤੁਸੀਂ ਚੈੱਕ ਕਰਨਾ ਕਿ ਤੁਹਾਡੇ ਦਿਲਾਂ 'ਚ ਰਹਿੰਦਾ ਕੀ ਹੈ। ਜੇ ਡਰ ਰਹਿੰਦਾ, ਚਿੰਤਾ ਰਹਿੰਦੀ, ਤਾਂ ਇਹਦਾ ਮਤਲਬ ਹਾਲੇ ਉਹਦਾ ਪਿਆਰ ਨਹੀਂ ਹੈ। ਤਾਂ ਜੇ ਉਹਦਾ ਪਿਆਰ ਹੈ ਤਾਂ ਫਿਰ ਚਿੰਤਾ ਕਾਦੀ, ਫਿਰ ਫਿਕਰ ਕਾਦੀ? ਫਿਰ ਤਾਂ ਹੈ ਜੇ ਉਹ ਮੇਰੇ ਨਾਲ ਹੈ ਤਾਂ ਜੋ ਹੋਏਗਾ ਇਹ ਤਾਂ ਕਾਮਯਾਬੀ ਜ਼ਰੂਰ, ਸਫਲਤਾ ਜ਼ਰੂਰ, ਖੁਸ਼ੀਆਂ ਜ਼ਰੂਰ ਬਸ ਫਿਰ ਮਿਲਣਗੀਆਂ। ਅਗਰ ਇਹ ਵਿਸ਼ਵਾਸ ਰੱਖਦੇ ਹਾਂ ਤਾਂ ਫਿਰ ਖੁਸ਼ੀਆਂ ਮਿਲਦੀਆਂ ਵੀ ਜ਼ਰੂਰ ਹੈ। ਇਸ ਲਈ ਇਹ ਰੋਣੀ ਜੇ ਸੂਰਤ ਬਣਾ ਕੇ ਨਾ ਢਿੱਲਾ ਜਿਹਾ ਮੂੰਹ ਲੈ ਕੇ ਬੈਠਣਾ ਜਾਂ ਜੀਣਾ ਬੰਦ ਕਰੋ। ਪਹਿਲਾਂ ਤਾਂ ਹੱਸ ਕੇ ਦਿਖਾਓ, ਪਹਿਲਾਂ ਖੁਸ਼ੀ ਨਾਲ ਜੀਣਾ ਸਿੱਖੋ, ਕਿਉਂਕਿ ਜ਼ਿੰਦਗੀ ਉਸੀ ਕੀ ਹੈ ਜੋ ਮੁਸਕਰਾਨਾ, ਜਿਹੜਾ ਮੁਸਕਰਾਨਾ ਜਾਣਦਾ ਨਾ ਜ਼ਿੰਦਗੀ ਉਹਦੀ ਹੈ। ਇਸ ਲਈ ਇਹ ਸ਼ੇਰ ਨੂੰ ਪੂਰਾ ਕਰਾਂਗੇ ਕਿ ਜ਼ਿੰਦਗੀ ਉਸੀ ਕੀ ਹੈ ਜੋ ਮੁਸਕਰਾਨਾ जानता है, रोशनी उसी की है जो नफरतों के पर्दे गिराना। यूं तो बहुत है दुनिया में मंदिर, मस्जिद और गुरुद्वारे, मगर खुदा उनको मिलता है जो दिलों में प्रेम की शम्मा जलाना। ਜਿਹੜੇ ਦਿਲਾਂ 'ਚ ਆਪਣੇ ਪ੍ਰੇਮ ਦੀ ਸ਼ਮਾ ਜਗਾ ਲਾਂਦੇ ਨਾ, ਜਿਨ ਪ੍ਰੇਮ ਕੀ ਉਤੇ ਨਹੀਂ ਪ੍ਰਭੂ ਆਇਓ, ਰੱਬ ਉਹਨਾਂ ਨੂੰ ਮਿਲਦਾ ਹੈ। ਸਮਝਦੇ ਹੋ ਕਿ ਨਹੀਂ? और यही गल तो श्री कृष्ण ने की कि ईश्वर पत्थर, लकड़ी या माटी की मूर्तियों में नहीं मिलता। क्या आप ईश्वर को पत्थर, लकड़ी, माटी की मूर्तियों में नहीं पा सकते? अपनी सोच को सकारात्मक कीजिए, वो आपको मिल जाएगा। इसलिए आज अपनी सोच को सकारात्मक करना है ऐसे कि आज तो मैं बुरा नहीं सोचना। गांधी ने 3 बांदर तो देखे ही है, चौथा ऐसे ही शामिल कर देंगे हैं। बोलो समझते हो कि नहीं? 3 बांदर पता ना, एक कितना बैठा है, वो कहता बुरा ना देखो। एक कितना बैठा है, मुंह ते हथ रख के बुरा ना बोले, कितना बैठा है, कन्ना चुंगली देके बुरा ना सुनो।
ਪਰ ਇਹੀ ਕਹਿੰਦੇ ਹੁਣ ਇਦਾਂ ਵੀ ਬੈਠਣਾ ਹੈ, ਬੁਰਾ ਸੋਚਣਾ ਵੀ ਨਹੀਂ ਹੈ ਅਸੀਂ। ਬੋਲੋ ਸਮਝਦੇ ਹੋ ਕਿ ਨਹੀਂ? ਕਿਉਂਕਿ ਗੱਲ ਤਾਂ ਸਾਰੀ ਇੱਥੋਂ ਸ਼ੁਰੂ ਹੁੰਦੀ ਹੈ। ਇੱਥੇ ਹੀ ਅੱਛਾ ਹੋਏਗਾ ਤਾਂ ਅੱਖਾਂ ਵੀ ਅੱਛੀਆਂ ਦੇਖਣਗੀਆਂ, ਜ਼ੁਬਾਨ ਵੀ ਅੱਛਾ ਬੋਲੇਗੀ, ਕੰਨ ਵੀ ਅੱਛਾ ਸੁਣਨਗੇ। ਬੋਲੋ ਸਮਝਦੇ ਹੋ ਕਿ ਨਹੀਂ? ਪਰ ਜੇ ਇੱਥੇ ਹੀ ਬੁਰਾ ਹੋਵੇ ਤਾਂ ਅੱਖਾਂ ਜਿੰਨੀਆਂ ਮਰਜ਼ੀ ਬੰਦ ਕਰ ਲਓ, ਫਿਰ ਵੀ ਅੰਦਰ ਗਲਤੀ ਚੱਲਣਾ ਹੈ। ਮੂੰਹ ਬੰਦ ਕਰ ਲਵਾਂਗੇ ਪਰ ਬੰਦਾ ਕਹੇਗਾ ਅੰਦਰ ਦਾ ਗਲਾ ਕੱਢੀ ਜਾਂਦਾ ਤੈਨੂੰ ਮੈਂ। ਕੰਨ, ਹਾਂਜੀ ਕੰਨ ਤਾਂ ਬੰਦ ਆ ਪਰ ਅੰਦਰ ਨਾ ਗਾਣੇ ਚੱਲ ਰਹੇ ਹੈ। ਪਰ ਜੇ ਇੱਥੇ ਸੋਚ ਅੱਛੀ ਹੈ ਤਾਂ ਵੀ ਅੱਖਾਂ ਬੰਦ ਹੋਣਗੀਆਂ ਤਾਂ ਵੀ ਅੰਦਰ ਉਹਦੀ ਝਲਕ ਪਏਗੀ। ਬੋਲੋ ਹੁੰਦਾ ਹੈ ਕਿ ਨਹੀਂ? ਹੁਣ ਫਰਜ਼ ਕਰੋ ਤੁਹਾਡੀ ਅੰਦਰ ਹੀ ਕਿਸੇ ਜਾਨਵਰ ਦੀ ਤਸਵੀਰ ਹੈ, ਹਾਥੀ ਦੀ, ਘੋੜੇ ਦੀ, ਤਾਂ ਅੱਖਾਂ ਬੰਦ ਹੋਣਗੀਆਂ, ਕੀ ਨਜ਼ਰ ਆਏਗਾ? ਘੋੜਾ ਹੀ ਆਏਗਾ ਨਾ, ਹਾਥੀ ਆਏਗਾ ਨਾ, ਕਿਉਂਕਿ ਅੰਦਰ ਸੋਚ ਹੀ ਹਾਥੀ ਘੋੜੇ ਦੀ ਹੋਏਗੀ ਤਾਂ ਅੱਖਾਂ ਬੰਦ ਤੇ ਵੀ ਉਹੀ ਨਜ਼ਰ ਆਏਗਾ। ਤੇ ਅੰਦਰ ਸੋਚ ਮੁਰਸ਼ਦ ਦੀ ਹੋਵੇ, ਸੋਚ ਆਪਣੇ ਮਾਲਿਕ ਦੀ ਹੋਵੇ, ਉਹਦੇ ਦਰਬਾਰ ਦੀ ਹੋਵੇ ਤਾਂ ਅੱਖਾਂ ਬੰਦ ਹੋਣਗੀਆਂ, ਉਹਦੀ ਤਸਵੀਰ ਹੀ ਨਜ਼ਰ ਆਏਗੀ। ਸੋ ਗੱਲ ਇਹ ਨਹੀਂ ਕਿ ਅੱਖਾਂ ਐਦਾਂ ਬੰਦ ਕਰੋ, ਬੁਰਾ ਦੇਖਣਾ ਬੰਦ ਕਰੋ, ਨਹੀਂ। ਇਹੀ ਕਹਿੰਦੇ ਆਹ ਦਿਮਾਗ ਦੀ ਗੇਮ ਹੈ ਸਾਰੀ। ਅੱਛਾ ਸੋਚਾਂਗੇ ਤਾਂ ਫੇਰ ਦੇਖਣਾ ਵੀ ਸ਼ੁਰੂ ਹੋ ਜਾਏਗਾ ਅੱਛਾ, ਬੋਲਣਾ ਵੀ ਸ਼ੁਰੂ ਹੋ ਜਾਏਗਾ ਅੱਛਾ, ਕਿਉਂਕਿ ਸੋਚ ਤੋਂ ਹੀ ਤਾਂ ਸਾਰੀਆਂ ਗੱਲਾਂ ਚੱਲਦੀਆਂ ਹੈ। ਇਸ ਕਰਕੇ ਅੱਜ ਤੋਂ ਆਪਣੀ ਸੋਚ ਨੂੰ ਬਦਲੀਏ, ਸਕਾਰਾਤਮਕ ਸੋਚ ਲਿਆਣੀ ਹੈ, ਪੋਜ਼ਿਟਿਵ ਸੋਚ ਲਿਆਣੀ ਹੈ। और दूसरी गल ये भी याद रखनी है कि जो ताकत होते हुए भी अपनी निंदा को शांति से सुन सकता है और दूसरों को क्षमा कर सकता है, फिर की हुंदा है? वो जो चाहे वो हासिल। हुण तुसीं हासिल करना चाहते हो कि नहीं? जे तुसीं चाहते हो मैनूं आ मंजिल मिले, मैनूं आ कामयाबी मिले, मैनूं आ सफलता मिले, तो फिर ये कुछ गुण अपने अंदर सानू पैदा करने पैणगे। अगर ये गुण पैदा कर लवांगे तो फिर वाकई जो तुसीं चाहते हो हासिल कर सकते हो। और बाकी फिक्र करनी तो लोड़ ही कोई नहीं। जिदा दसीदा है कि जे मालिक तुहाडे नाल है ना, तो इदां दी किहड़ी मंजिल है जिहड़ी तुसीं पा नहीं सकते, जिहड़ी तुसीं हासिल नहीं कर सकते। बस यकीन रखना है तुसीं। बोलो रखोगे कि नहीं? ते फिर आखिरले वचनां च की कहना है असीं कि मैनूं अपने मालिक ते पूरा, मैनूं अपने मालिक ते पूरा, मैनूं अपने मालिक ते पूरा, मेरियां झोलियां खुशियां नाल, मेरियां झोलियां खुशियां नाल, मेरियां झोलियां खुशियां नाल, मेरे सारे दुख दूर, मेरे सारे दुख दूर, मेरे सारे दुख दूर। मेरा मालिक मेरे, मेरा मालिक मेरे, मेरा मालिक मेरे। मैं बहुत, मैं बहुत, मैं बहुत। हुण हस के दिखाओ फिर, क्योंकि देखा कहण नूं बंदा कहना बहुत खुश है, पर जे हसिया ना तो फिर मतलब खुशी का पता किद्दां लगना है? जे वाकई खुश हो कि दंद दसने चाहिए तुहाडे? कोई नहीं, जिन्हां दे मूँह 'च है नहीं कोई गल नहीं, पर कोशिश तो करनी है ना असीं। समझते हो कि नहीं? क्योंकि इत्थे तो एक होर गल याद आ गई, वो भी जाते जाते कह दईए कि एक बहुत बहुत मशहूर डॉक्टर होए है, जिन्हां ने ना बहुत समय पहला एमएल कुएं उन्हां दा नाम सी, एमएल कुएं उन्हां दा नाम सी डॉक्टर दा। पर उसने अपने ना शब्दां दे जरिए इंसान अंदर विश्वास इन्ना पैदा किया कि तुसीं कोई बीमारी है, कोई दुख है, गोली नहीं दिंदा सी। बोलो समझते हो कि नहीं? ਉਹਦੀ ਪੂਰੀ ਜ਼ਿੰਦਗੀ ਬਾਰੇ ਤੁਸੀਂ ਪੜ੍ਹ ਸਕਦੇ ਹੋ ਜਾ ਕੇ ਨਾ। ਅੱਜ ਕੱਲ੍ਹ ਤਾਂ ਜਿੱਦਾਂ ਦੱਸਿਆ ਕਿ ਸਮਾਂ ਹੀ ਬੜਾ ਨਾ ਆਸਾਨ ਹੋ ਗਿਆ, ਗੂਗਲ ਤੇ ਲਿਖੋ ਐਮਐਲ ਕੂਏ ਤਾਂ ਉਹਦੀ ਆ ਜਾਣੀ ਹਿਸਟਰੀ, ਕਿ ਉਹਨੂੰ ਦੇਖੋਗੇ ਰੋਗੀਆਂ ਨੂੰ ਠੀਕ ਕਿੱਦਾਂ ਕਰਦਾ ਸੀ। ਜੇ ਕੋਈ ਆ ਜਾਂਦੀ ਸੀ ਉਹਦੇ ਕੋਲ ਕੈਂਸਰ ਦਾ ਮਰੀਜ਼, ਜਾਂ ਕੋਈ ਆ ਜਾਂਦਾ ਸੀ ਉਹਦੇ ਕੋਲ ਸਿਰ ਦਰਦ ਦਾ ਮਰੀਜ਼, ਉਹ ਗੋਲੀ ਨਹੀਂ ਦਿੰਦਾ ਸੀ, ਉਹ ਕਹਿੰਦਾ ਬਸ ਬੈਠ। ਔਰ ਇਹ ਸੋਚ ਕੇ ਕਿ ਸ਼ਕਤੀ ਹੈ ਮੇਰੇ ਅੰਦਰ ਜੋ ਮੇਰੇ ਦਰਦ ਨੂੰ ਠੀਕ ਕਰ ਰਹੀ ਹੈ, ਉਹ ਸਿਰਫ ਬੋਲ ਦਿੰਦਾ ਸੀ ਕਿ ਬੋਲ, ਬੈਠ ਕੇ ਵਿਸ਼ਵਾਸ ਨਾਲ कि मेरा दर्द दूर, मैं ठीक हाँ। तो वाकई वो मरीज आके दसदा सी मैं ठीक हो गया। और डॉक्टर एमएल कुएं ने एक गल लिखी है बड़ी प्यारी, वो कहते ईश्वर पर, इन्हूं हुण आपां हिंदी दस रहे तो इंग्लिश उन्हें किया है, वो कहते ईश्वर पर विश्वास एक ऐसी चमत्कारी गोली है, टैबलेट है। ईश्वर पर विश्वास एक ऐसी चमत्कारी गोली है जो 90% रोगियों को ठीक कर सकती है। मगर अफसोस ये है कि ना इसे कोई खाने में उत्सुक है और ना खिलाने में। उत्सुक का मतलब समझते हो ना, कि ना ही इन्हें कोई खाना चाहता तो ना ही खिलाना चाहता है दूजिਆਂ ਨੂੰ। हालांकि ईश्वर ते विश्वास हो कहते इदां दी चमत्कारी गोली है कि ਜਿਹੜੇ 90% ਰੋਗੀਆਂ ਨੂੰ बिना दवाई तो ठीक कर सकती है। 90%, बाकी रह गए 10%। वो 10 किहड़े हुंदे है? कोई सट चोट लग गई, हादसा हो गया, हड्डी टुट गई, कहते उहदा तो चलो इलाज करना ही पैना है। पर कुछ बीमारियां इदां दी हुंदियां आ कि जिन्हां नूं दवाई की लोड़ ही नहीं पैंदी। 90% बीमारियां गया उन्होंने, पर कहते ईश्वर ते विश्वास एक ऐसी चमत्कारी गोली है
कि ਜਿਹੜੇ 90% ਰੋਗੀਆਂ ਨੂੰ ਠੀਕ ਕਰ ਸਕਦੀ ਹੈ, ਪਰ ਇਹਨੂੰ ਨਾ ਕੋਈ ਖਾਣਾ ਚਾਹੁੰਦਾ ਤਾਂ ਨਾ ਹੀ ਖਿਲਾਣਾ ਚਾਹੁੰਦਾ ਹੈ। ਖਾਣਾ ਚਾਹੁੰਦਾ मतलब विश्वास नहीं बंदा रखता। डॉक्टर को दवाई खा लेनी है और डॉक्टर साहब अब 4 टाइम गोलियां वो खा लूँ और रब ते विश्वास कर, नहीं जी औखा लगता है, वो औखा लगता है ना। हुण जरा गौर करने वाली गल है। हुण अज सानू की चाहिदा है, हुण असीं की काम कर रहे हैं, असीं यही काम कर रहे हैं। पता किहड़ा आ तुहानू विश्वास की गोली खिला रहे हैं, क्योंकि असीं खाना च भी असीं खाण की भी इच्छा बहुत रखते हैं, खांदे भी हाँ, तो हुण चाहते तुहानू खिला भी दईए। ये लड्डो मूँह हुण तुहानू खिलाइए गोली, आ लो, ए आ गई, खा लियो उन्हें विश्वास की गोली, खा ली कि नहीं? किहने किहने खाधी फिर? मूँह तुहाडे नहीं, तुसीं हाले पानी बाद चों पी लियो, कोई गल नहीं। समझदे हो कि नहीं? इसलिए ये विश्वास की गोली साडे हत्थ च है। असीं तो बहुत खाधी है, तां तो जिथे तक पहुंचे हैं। बोलो समझदे हो कि नहीं? हुण तुहानू भी इत्थे तक लैके आना चाहते हैं ताकि तुसीं भी एनर्जी नाल भरपूर हो जाओ, तुसीं भी खुशियां नाल भरपूर हो जाओ, तुसीं भी आनंद नाल भरपूर हो जाओ। जिहड़ा आनंद असीं अपने रोम रोम च फील कर रहे हैं, जिहड़ी एनर्जी असीं अपने अंदर फील कर रहे हैं, असीं चाहते हो एनर्जी तुसीं भी फील करो, क्योंकि एनर्जी तुहाडे अंदर भी है। क्योंकि जिहड़ी ताकत तो असीं पैदा होए हैं, उसी ताकत ने तुहानू भी पैदा कीता है। जिहड़ी ताकत साडे अंदर काम करदी है, वो ताकत तुहाडे अंदर भी काम करदी है, बस जरूरत है ਉਹਦਾ ਲੈਵਲ ਵਧਾਉਣ ਦੀ। ਸਮਝਦੇ ਹੋ ਕਿ ਨਹੀਂ? ਇਸ ਕਰਕੇ ਕਦੋਂ ਵਧੇਗਾ? ਜਦੋਂ ਵਿਸ਼ਵਾਸ ਦੀ ਗੋਲੀ ਆਪ ਵੀ ਖਾਵਾਂਗੇ ਤਾਂ ਦੂਜਿਆਂ ਨੂੰ ਵੀ। ਇਸ ਲਈ ਅੱਜ ਤੋਂ ਵਚਨ ਕਰੋ ਸਾਡੇ ਨਾਲ ਕਿ ਅਸੀਂ ਇਹ ਵਿਸ਼ਵਾਸ ਦੀ ਗੋਲੀ ਆਪ ਵੀ ਖਾਣੀ ਤਾਂ ਦੂਜਿਆਂ ਨੂੰ ਵੀ ਖਿਲਾਣੀ ਹੈ ਕਿ ਨਹੀਂ? ਦੂਜਿਆਂ ਨੂੰ ਕਿੱਦਾਂ ਖਿਲਾਣੀ ਹੈ? ਜੇ ਕੋਈ ਨਿਰਾਸ਼ ਹੋ ਕੇ ਉਦਾਸ ਹੋ ਕੇ ਬੈਠਾ ਤਾਂ ਉਹਨੂੰ ਹਿੰਮਤ ਦਿਓ, ਫਿਕਰ ਨਾ ਕਰ, ਸਭ ਠੀਕ ਹੋ ਜਾਣਾ, ਵਿਸ਼ਵਾਸ ਰੱਖ। ਜੇ ਕੋਈ ਬਿਮਾਰ ਹੈ, ਹਿੰਮਤ ਦਿਓ ਉਹਨੂੰ। ਕੋਈ ਤੁਹਾਡਾ ਰਿਸ਼ਤੇਦਾਰ ਹੋਵੇ, ਸੱਜਣ ਮਿੱਤਰ ਹੋਵੇ, ਆਂਢੀ ਗੁਆਂਢੀ ਹੋਵੇ ਨਾ, ਕੋਈ ਦੁਖੀ ਹੋ ਕੇ ਹਾਰ ਕੇ ਬੈਠਾ ਹੋਵੇ, ਤਾਂ ਵਿਸ਼ਵਾਸ ਪੈਦਾ ਕਰੋ ਕਿ ਫਿਕਰ ਨਾ ਕਰ, ਤੈਨੂੰ ਜਿੱਤ ਜ਼ਰੂਰ ਮਿਲੇਗੀ। ਕੋਸ਼ਿਸ਼ ਕਰ, ਰੱਬ ਤੇ ਯਕੀਨ ਰੱਖ, ਸਫਲਤਾ ਜ਼ਰੂਰ, ਤੇਰੀ ਹਰ ਬਿਮਾਰੀ ਦੂਰ ਹੋਏਗੀ। ਯਕੀਨ ਰੱਖ ਰੱਬ ਤੇ। ਇਦਾਂ ਵਿਸ਼ਵਾਸ ਦੀ ਗੋਲੀ ਖਿਲਾਓ ਉਹਨੂੰ, ਔਰ ਤੁਹਾਡੇ ਗੋਲੀ ਖਿਲਾਉਣ ਦੇ ਨਾਲ ਨਾ ਤੁਸੀਂ ਦੇਖੋਗੇ ਕਿ ਹਫ਼ਤੇ ਅੰਦਰ ਹੀ ਉਹਦੀ ਹਾਲਾਤ ਬਦਲਣੇ ਸ਼ੁਰੂ ਹੋ ਜਾਣਗੇ, ਬਦਲਾਅ ਆਉਣਾ ਸ਼ੁਰੂ ਹੋ ਜਾਏਗਾ। ਆਪ ਵੀ ਖਾਓ, ਦੂਜਿਆਂ ਨੂੰ ਵੀ ਖਿਲਾਓਗੇ ਕਿ ਨਹੀਂ? ਖਾ ਲਏ ਕਿ ਨਹੀਂ ਤੁਸੀਂ? ਚਲ ਇੱਕ ਵਾਰ ਫਿਰ ਖਿਲਾਈਏ। ਹਾਲੇ ਕਈਆਂ ਨੇ ਖਾਧੀ ਨਹੀਂ, ਦੇਖੇ ਨੇ, ਪਹਿਲਾਂ ਦੇਖ ਲਈਏ। ਚਲੋ ਮੂੰਹ ਖੋਲੋ ਪਹਿਲਾਂ। ਆ ਲਓ, ਆ ਗੋਲੀ ਆਣ ਲੱਗੀ, ਏ ਆ ਗਈ। ਹੁਣ ਕਹਿ ਦਿਓ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ। ਔਰ ਹੁਣ ਦੇਖੋ, ਤੁਸੀਂ ਇਹ ਅੱਜ ਵਿਸ਼ਵਾਸ ਦੀ ਗੋਲੀ ਖਾ ਲਈ ਨਾ, ਤਾਂ 90% ਰੋਗ ਸਮਝੋ ਤੁਹਾਡੇ ਠੀਕ ਹੋ ਗਏ। 90% ਰੋਗ ਠੀਕ ਹੋ ਹੀ ਗਏ ਤੁਹਾਡੇ, ਕਿਉਂਕਿ ਇਹ ਵਿਸ਼ਵਾਸ ਦੀ ਗੋਲੀ ਹੈ ਹੀ ਚਮਤਕਾਰੀ ਪਿਲ। ਬੋਲੋ ਸਮਝਦੇ ਹੋ ਕਿ ਨਹੀਂ? ਇਹ ਚਮਤਕਾਰੀ ਗੋਲੀ ਹੈ ਵਿਸ਼ਵਾਸ। ਇਹਦੇ ਨਾਲ ਬੜੇ ਬੜੇ ਰੋਗੀ ਠੀਕ ਹੋ ਜਾਂਦੇ ਹੈ, ਬੜੇ ਬੜੇ ਰੋਗੀ ਠੀਕ ਹੋ ਜਾਂਦੇ ਹੈ ਵਿਸ਼ਵਾਸ ਦੀ ਗੋਲੀ ਖਾਣ ਦੇ ਨਾਲ। ਅੱਜ ਤੁਸੀਂ ਵੀ ਖਾ ਲਓ ਇਹ ਗੋਲੀ ਕਿ ਜਿਸ ਸ਼ਕਤੀ ਨੇ ਸਾਨੂੰ ਪੈਦਾ ਕੀਤਾ, ਜਿੱਦਾਂ ਗੁਲਾਬ ਨੇ ਕਿਹਾ, ਜਿਸ ਜੜ ਨੇ ਮੈਨੂੰ ਪੈਦਾ ਕੀਤਾ, ਅਗਰ ਜੜ ਸਲਾਮਤ ਹੈ, ਇਦਾਂ ਦੇ ਹਜ਼ਾਰਾਂ ਫੁੱਲ ਲੱਗ ਜਾਣਗੇ। ਤਾਂ ਜਿਸ ਮਾਲਿਕ ਨੇ ਮੈਨੂੰ ਪੈਦਾ ਕੀਤਾ ਹੈ, ਅਗਰ ਉਹ ਮੇਰੇ ਮਾਲਿਕ ਦੀ ਰਹਿਮਤ ਮੇਰੇ ਨਾਲ ਹੈ, ਮੇਰਾ ਮਾਲਿਕ ਮੇਰੇ ਨਾਲ ਹੈ, ਤਾਂ ਮੇਰੇ ਜੀਵਨ ਦੇ ਬੂਟੇ ਤੇ ਵੀ ਕਾਮਯਾਬੀ, ਸਫਲਤਾ, ਖੁਸ਼ੀਆਂ ਦੇ ਫੁੱਲ ਹਜ਼ਾਰਾਂ ਹੀ ਲੱਗਣਗੇ। ਯਕੀਨ ਹੈ ਮੈਨੂੰ ਆਪਣੇ ਮਾਲਿਕ ਤੇ। ਕਹਿ ਦਿਓ, ਯਕੀਨ ਹੈ ਮੈਨੂੰ, ਯਕੀਨ ਹੈ ਮੈਨੂੰ, ਵਿਸ਼ਵਾਸ ਹੈ ਮੈਨੂੰ ਆਪਣੇ। ਬਸ ਫਿਰ ਜੇ ਵਿਸ਼ਵਾਸ ਹੈ ਤਾਂ ਦੇਖੋ, ਅੱਜ ਤੋਂ ਸਮਝ ਲਓ ਕਿ ਫੁੱਲ ਖਿਲਣੇ ਸ਼ੁਰੂ ਹੋ ਗਏ। ਹੁਣ ਫੀਲ ਕਰੋ ਆਪਣੇ ਅੰਦਰ, ਮਹਿਸੂਸ ਕਰੋ। ਔਰ ਜਿਹੜਾ ਹੋ ਜਾਂਦਾ ਮਾਲਿਕ ਦਾ, ਜੁੜ ਜਾਂਦਾ ਹੈ, ਤਾਂ ਫਿਰ ਜਿੱਦਾਂ ਜਿਹੜਾ ਕਹਿੰਦੇ ਨਾ, ਜਿਸ ਬੱਸ 'ਚ ਬਹਿ ਜਾਂਦਾ, ਫਿਰ ਡਰਾਈਵਰ ਦੀ ਜ਼ਿੰਮੇਵਾਰੀ ਹੁੰਦੀ ਸਹੀ ਸਲਾਮਤ ਮੰਜ਼ਿਲ ਤੱਕ ਲੈ ਕੇ ਜਾਣ ਵਾਸਤੇ। ਪਰ ਇਹ ਦੇਖਣਾ ਐਸੀ ਹੈ ਕਿ ਸ਼ਰਾਬੀ ਤਾਂ ਨਹੀਂ ਬੱਸ ਚਲਾ ਰਿਹਾ ਕੋਈ। ਬੋਲੋ ਸਮਝਦੇ ਹੋ ਕਿ ਨਹੀਂ? ਇਹ ਅਸੀਂ ਧਿਆਨ ਰੱਖਣਾ ਹੈ ਕਿ ਆਪਣੀ ਜ਼ਿੰਦਗੀ ਨੂੰ ਵੀ ਅਸੀਂ ਉਸ ਮੁਰਸ਼ਦ ਦੇ ਨਾਲ ਜੋੜਨਾ ਹੈ ਜਿਹੜਾ ਖੁਦ ਵੀ ਆਨੰਦ ਨਾਲ ਭਰਪੂਰ ਹੋਵੇ, એનર્ਜੀ ਨਾਲ ਭਰਪੂਰ ਹੋਵੇ, ਤਾਂ ਸਾਨੂੰ ਵੀ। ਬੋਲੋ ਸਮਝਦੇ ਹੋ ਕਿ ਨਹੀਂ? ਆ ਗਈ ਕਿ ਨਹੀਂ ਸਮਝ? ਕਿਉਂਕਿ ਖੁਸ਼ੀਆਂ ਤੱਕ ਤਾਂ ਫੇਰ ਹੀ ਜਾਵਾਂਗੇ ਨਾ। ਜੇ ਬੰਦਾ ਆਪ ਖੁਸ਼ ਹੋਏਗਾ, ਉਹੀ ਤੁਹਾਨੂੰ ਖੁਸ਼ ਰੱਖ ਸਕਦਾ ਹੈ। ਤਾਂ ਜਿਹੜਾ ਆਪ ਹੀ ਰੋ ਰਿਹਾ ਹੋਵੇ, ਉਹਨੂੰ ਕੋ ਮੈਨੂੰ ਹਸਾ, ਤਾਂ ਉਹਨਾਂ ਗਾਲਾਂ ਹੀ ਕੱਢਣੀਆਂ ਕਿਉਂ? ਉਹ ਭਾਈ ਮੈਂ ਦੁਖੀ ਹਾਂ, ਰੋ ਰਿਹਾ, ਤੈਨੂੰ ਕਿੱਥੋਂ ਹਸਾਵਾਂ ਮੈਂ? ਸਮਝ ਆ ਰਹੀ ਕਿ ਨਹੀਂ? ਇਸ ਕਰਕੇ ਦੱਸਣਾ ਕੀ ਚਾਹੁੰਦੇ ਕਿ ਜਿੱਥੇ ਜੋ ਹੈ ਉੱਥੇ ਜਾ ਕੇ ਹੀ ਉਹ ਮਿਲੇਗਾ। ਜਿੱਥੇ ਹੈ ਹੀ ਨਹੀਂ, ਖਾਲੀ ਭਾਂਡੇ 'ਚੋਂ ਦੁੱਧ ਕਦੀ ਨਿਕਲਣਾ ਹੀ ਨਹੀਂ ਹੈ। ਜਿਹੜਾ ਭਾਂਡਾ ਭਰਪੂਰ ਹੋਵੇ ਨਾ, ਉੱਥੋਂ ਹੀ ਅਸੀਂ ਭਰਪੂਰ ਹੋ ਕੇ ਆ ਸਕਦੇ ਹਾਂ। ਇਸ ਲਈ ਫਿਕਰ ਨਾ ਕਰੋ, ਤੁਸੀਂ ਉੱਥੇ ਆ ਗਏ ਹੋ ਜਿੱਥੇ ਭਰਪੂਰ ਹੈ ਸਭ ਕੁਝ। ਆਨੰਦ, ਰਹਿਮਤ, ਬਰਕਤ, ਖੁਸ਼ੀ, ਉਹ ਕੀ ਗਿਣ ਕੇ ਦਸੀਏ ਤੁਹਾਨੂੰ ਜੋ ਆਪਣੇ ਅੰਦਰ ਫੀਲ ਕਰਦੇ ਹਾਂ ਅਸੀਂ। ਔਰ ਇਹ ਗੱਲਾਂ ਸਿਰਫ ਬੋਲ ਨਹੀਂ ਰਹੇ,
ਜੇ ਕੋਈ ਨਜ਼ਰ ਹੈ ਨਾ ਦਿਲ ਕੀ ਆਂਖੋਂ ਸੇ ਕਾਮ लेता हूं, जरा देख लो दिल दी ਅੱਖਾਂ ਨੂੰ ਪਤਾ ਲੱਗ ਜਾਏਗਾ ਇੱਥੇ ਕੀ ਬੈਠਾ ਹੈ। ਉਹ એનર્ਜੀ ਨਜ਼ਰ ਆਏਗੀ ਤੁਹਾਨੂੰ, ਉਹ ਆਨੰਦ ਫੀਲ ਹੋਏਗਾ ਤੁਹਾਨੂੰ। ਸਾਡੇ ਸ਼ਬਦਾਂ 'ਚ ਉਹ એનર્ਜੀ ਫੀਲ ਹੋਏਗੀ, ਸਾਡੇ ਸ਼ਬਦਾਂ 'ਚ ਉਹ ਆਨੰਦ ਫੀਲ ਹੋਏਗਾ, ਸਾਡੇ ਸ਼ਬਦਾਂ 'ਚ ਵਿਸ਼ਵਾਸ ਫੀਲ ਹੋਏਗਾ ਕਿ ਸਿਰਫ ਕਹਿਣ ਦੀਆਂ ਗੱਲਾਂ ਨਹੀਂ ਹੈ, ਅਸੀਂ ਆਪ ਵਿਸ਼ਵਾਸ ਨਾਲ ਭਰਪੂਰ ਹੈ। ਤਾਂ ਹੀ ਤਾਂ ਕਿਹਾ ਹੈ ਕਿ ਆਪ ਅਸੀਂ ਇਹ ਵਿਸ਼ਵਾਸ ਦੀਆਂ ਗੋਲੀਆਂ ਬਹੁਤ ਖਾਧੀਆਂ ਹੈ, ਹੁਣ ਤਾਂ ਤੁਹਾਨੂੰ ਖਿਲਾ ਰਹੇ ਹਾਂ। ਸਮਝਦੇ ਹੋ ਕਿ ਨਹੀਂ? ਤਾਂ ਕਿ ਤੁਹਾਡੇ ਜੀਵਨ 'ਚ ਵੀ ਇਹ ਖੁਸ਼ੀਆਂ, ਇਹ ਆਨੰਦ, ਇਹ એનર્ਜੀ ਇੰਨੀ ਭਰ ਜਾਵੇ ਕਿ ਕੋਈ ਬਿਮਾਰੀ, ਕੋਈ ਤਕਲੀਫ, ਕੋਈ ਦੁੱਖ ਤੁਹਾਡੇ ਨੇੜੇ ਆਵੇ ਹੀ ਨਾ। ਤੁਸੀਂ ਦੁੱਖਾਂ ਪਰੇਸ਼ਾਨੀਆਂ ਨੂੰ ਇਦਾਂ ਸਮਝੋ ਕਿ ਹੈ ਕੀ ਇਹਨਾਂ ਦੀ ਔਕਾਤ। ਬੋਲੋ ਸਮਝਦੇ ਹੋ ਕਿ ਜਿੱਦਾਂ ਕਹਿੰਦੇ ਨਾ ਮੇਰੇ ਮਾलिक की रहमत के आगे परेशानियों की क्या औकात है, और दूर हो जाएगी हर मुश्किल, डरने की क्या डरने की गल है। और मेरे मालिक की रहमत के अगे परेशानियों की कोई औकात नहीं है, ये बहुत छोटियां हैं। मेरे मालिक की रहमत बहुत, इस करके फिर आखिरी बार कह देना मैनू अपने मालिक दे पूरा, मेरा मालिक मेरियां झोलियां खुशियां नाल, मेरियां झोलियां रहमतां नाल मैं बहुत चलो मालिक इतने तुहानू खुशियां देन। आ मुस्कुराहट, आ खुशी तुहाडे जीवन च हमेशा बनी रहे। और हुण इन्हां वचनां नाल ही असीं अज दे सत्संग की समाप्ति करांगे। और सत्संग समाप्त करन तो पहलां दसना चाहांगे 2 अक्तूबर, क्योंकि सितंबर महीना चल रहा, अज 6 तरीक हो गई है, तो समझ लो कि 23-24 दिन रह गए हैं, क्योंकि 21 तरीक तो प्रभात फेरियां आरंभ हो जानियां है। क्योंकि 2 अक्तूबर बहुत खुशियां का दिन है, बड़े मालकां दा महान पवित्र प्रगट दिवस है, जो सालाना प्रोग्राम है ये। और ये सारे जीवन को पता ही है कि ये बहुत बड़ा प्रोग्राम बड़ी धूमधाम नाल खुशियां नाल मनाया जाता है। असीं चाहांगे कि तुसीं ये दिन याद रखना कि 2 अक्तूबर असीं सारिਆਂ ਨੇ हुम हुमा के मालकां दे दरबार ते पहुंचना है। सालाना प्रोग्राम दे विच बड़े मालकां दे महान पवित्र प्रगट दिवस की खुशी विच जो ये दिन खुशियां दे नाल चावां सदरां दे नाल मनाया जा रहा है, इस शामिल होना है तुसीं। और जिस दी खुशी दे विच ही 21 तरीक तो प्रभात फेरियां भी होणीਆਂ है। फिर 1 अक्तूबर उस दिन सवेरे प्रभात फेरी, दोपहर को रथ यात्रा है, और शाम को फिर सत्संग का आनंद लेना है। बहुत रहमतां का दिन है। फिर अगले दिन 2 तरीक को मालकां दे दरबार ते निशान साहब की चढ़ाई होनी है। फिर होर भी बहुत रहमतां का दिन है, वो पल है, वो घड़ियां है। आप भी आओ, अपने सज्जना मित्रां रिश्तेदारां नूं भी लैके आओ, और ये सालाना प्रोग्राम विच, सालाना समागम विच शामिल होकर मालिक दीआं रहमतां नूं हासिल करके अपना जीवन सफल बनाओ। और ये तुहाडे नाल वचन करदे हां कि अगर तुसीं 2 अक्तूबर नूं मालिक दे चरनां चाहोगे तो तुहानूं बहुत कुछ दे के भेजांगे, बहुत रहमतां लैके आओगे तुसीं। क्योंकि ਉਹਦੀਆਂ ਰਹਿਮਤਾਂ ਜਿਹੜੀਆਂ ਨਾ ਉਹ ਨਜ਼ਰ ਨਹੀਂ ਆਉਂਦੀਆਂ, ਪਰ ਇਨਸਾਨ ਦੀ ਤਕਦੀਰ, ਇਨਸਾਨ ਦੀ ਜ਼ਿੰਦਗੀ ਬਦਲਣ ਦੀ ਸ਼ਕਤੀ ਅਗਰ ਹੈ ਤਾਂ ਉਹਦੀ ਰਹਿਮਤ ਦੇ ਅੰਦਰ ਹੈ। ਅਗਰ ਚਾਹੁੰਦੇ ਹੋ ਕਿ ਸਾਡੇ ਜੀਵਨ 'ਚ ਵੀ ਬਦਲਾਅ ਆਵੇ ਤਾਂ ਫਿਰ ਇਹ ਮੌਕਾ ਮਿਲ ਰਿਹਾ ਤੁਹਾਨੂੰ, ਜ਼ਰੂਰ ਪਹੁੰਚਣਾ ਹੈ और मालिक ਦੀਆਂ ਰਹਿਮਤਾਂ हासिल करके अपना जीवन सफल बनाना है। और हुण अंत विच यही उस मालिक के चरणों च अरदास बेनती करांगे कि मालिक तुहानूं सब नूं नाम नाल जुड़न की ताकत देण, नाम जपण की ताकत देण, सेवा सिमरन करन दा, नेक मार्ग ते चलन दा मालिक बल बख्शण। तुहाडीआं सब दीआं तकलीफां, दुखां, दर्दां, परेशानियां नूं मालिक दूर करन। तुहाडीआं सब दीआं झोलियां नूं खुशियां नाल, रहमतां नाल भरपूर करन। आने वाला समा तुहाडे सब दे वास्ते खुशियां, कामयाबी, सफलता भरिया होवे। और जिहड़ी विश्वास की गोली तुसीं अज खाधी है, ये मालिक की रहमत नाल इन्नी किरपा मालिक की होवे कि तुहाडे ते इदां दा असर होवे कि तुहाडे जीवन दीआं सारियां परेशानियां, सारियां तकलीफां, सारे दुख, सारे रोग दूर हो जाण। और आने वाला हर पल तुहाडे वास्ते कामयाबी, सफलता, खुशियां भरिया होवे। यही साडी उस मालिक दे चरणों च अरदास बेनती है। और हुण अंत विच तुहाडे सब दे अंदर वसदे उस मालिक नूं असीं प्रणाम करदे हां। साडा प्रणाम स्वीकार करो। जय मालकां दी। वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें। और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।